ਦਸਤਾਵੇਜ਼ YouTube ਚੈਨਲ 'ਤੇ ਤੁਹਾਡਾ ਬਹੁਤ-ਬਹੁਤ ਸਵਾਗਤ। ਮੈਂ ਹਾਂ ਤੁਹਾਡਾ ਆਪਣਾ ਹੀ ਨਿਰੰਜਨ ਬੋਹਾ। ਅੱਜ ਬੁੱਧਵਾਰ ਹੈ ਦੋਸਤੋ। ਇਸ ਦਿਨ ਅਸੀਂ ਇਸ ਚੈਨਲ 'ਤੇ ਪੰਜਾਬੀ ਸਾਹਿਤ ਦੀ ਕਿਸੇ ਚਰਚਿਤ ਪੁਸਤਕ ਬਾਰੇ ਚਰਚਾ ਨੂੰ ਅੱਗੇ ਤੋਰਦੇ ਹਾਂ। ਅੱਜ ਆਪਾਂ ਗੱਲ ਕਰਾਂਗੇ ਡਾਕਟਰ ਸੁਖਪਾਲ ਸਿੰਘ ਥਿੰਦ, ਜੋ ਸਾਡੇ ਨਾਮਵਰ ਆਲੋਚਕ ਨੇ, ਨਾਮਵਰ ਕਥਾਕਾਰ ਨੇ। ਉਹਨਾਂ ਦੇ ਕਥਾ ਸੰਗ੍ਰਹਿ ਫੁੱਲਾਂ ਦੀ ਫਸਲ ਬਾਰੇ ਆਪਾਂ ਸਾਰੇ ਜਾਣਦੇ ਹਾਂ ਕਿ ਡਾਕਟਰ ਬਲਦੇਵ ਸਿੰਘ ਧਾਲੀਵਾਲ ਤੋਂ ਬਾਅਦ ਸਾਹਿਤ ਸਮੀਖਕ ਹੁੰਦਿਆਂ ਵੀ ਜੇ ਕਿਸੇ ਨੇ ਪੰਜਾਬੀ ਕਹਾਣੀ ਦੇ ਖੇਤਰ 'ਚ ਆਪਣਾ ਕੋਈ ਨਾਂ ਥਾਂ ਬਣਾਇਆ ਹੈ ਤਾਂ ਉਹ ਹੈ ਡਾਕਟਰ ਸੁਖਪਾਲ ਸਿੰਘ ਥਿੰਦ। ਉਸ ਦੇ ਇਸ ਸੰਗ੍ਰਹਿ 'ਚ ਉਸ ਦੀਆਂ 5 ਲੰਮੀਆਂ ਕਹਾਣੀਆਂ ਸ਼ਾਮਲ ਨੇ। ਭਾਵੇਂ ਇਹਨਾਂ ਕਹਾਣੀਆਂ ਦਾ ਆਪਣਾ ਆਪਣਾ ਸਮਾਜਿਕ ਧਰਾਤਲ ਹੈ, ਪਰ ਇਹਨਾਂ ਵਿਚਲੀ ਸਮਾਜਿਕਤਾ ਰਾਜਨੀਤਿਕ, ਆਰਥਿਕ ਅਤੇ ਸੱਭਿਆਚਾਰਕ ਦਬਾਵਾਂ ਦੇ ਪੂਰੇ ਪ੍ਰਭਾਵ 'ਚ ਹੈ। ਇਹਨਾਂ ਦਬਾਵਾਂ ਨੇ ਅੱਜ ਦੇ ਮਨੁੱਖ ਦੀ ਹਾਲਤ ਖਲਾਅ 'ਚ ਭਟਕਦੇ ਤ੍ਰਿਸ਼ੰਕੂ ਵਰਗੀ ਬਣਾ ਦਿੱਤੀ ਹੈ। ਕਹਾਣੀਆਂ ਦੇ ਪਾਤਰ ਆਪਣੀ ਸਮਾਜਿਕ ਹੋਂਦ ਨੂੰ ਵਿਸਤਾਰਨ ਦਾ ਯਤਨ ਕਰਦੇ ਨੇ ਤਾਂ ਅਣਚਾਹੇ ਸਮਾਜਿਕ ਦਬਾਅ ਉਹਨਾਂ ਦੇ ਜੀਵਨ ਸੰਘਰਸ਼ ਦੀ ਦਿਸ਼ਾ ਬਦਲਣ ਲਈ ਕਾਰਜਸ਼ੀਲ ਹੋ ਜਾਂਦੇ ਨੇ। ਦੋਸਤੋ, ਸੰਗ੍ਰਹਿ ਦੀ ਪਹਿਲੀ ਕਹਾਣੀ ਸਾਂਝਾਂ ਦੀ ਸ਼ਤਰੰਜ ਦਾ ਮੁੱਖ ਪਾਤਰ ਵਿਵੇਕ ਵੀਰ ਸਿੰਘ ਮਨੁੱਖੀ ਸਮਾਜ ਨੂੰ ਸਾਂਝ ਦੇ ਮਾਨਵੀ ਧਰਾਤਲ 'ਤੇ ਵਿਕਸਿਤ ਹੋਇਆ ਵੇਖਣਾ ਚਾਹੁੰਦਾ ਹੈ। ਕਾਲਜ ਵਿੱਚ ਉਸ ਦੀ ਨਵੀਂ ਆਈ ਕਲੀਗ ਚੰਚਲ ਸਹੂਲਤਾਂ ਨਾਲ ਬਣੀ ਉਸ ਦੀ ਸਾਂਝ ਵੀ ਮਾਨਵੀ ਖਾਸੇ ਵਾਲੀ ਹੈ। ਉਸ ਦੇ ਅਗਾਂਹਵਧੂ ਵਿਚਾਰ ਉਸ ਨੂੰ ਕਾਲਜ ਵਿਦਿਆਰਥੀਆਂ 'ਚ ਤਾਂ ਬਹੁਤ ਹਰਮਨ ਪਿਆਰਾ ਬਣਾ ਦਿੰਦੇ ਨੇ, ਪਰ ਉਸ ਦੀ ਇਹ ਵਧੀ ਹਰਮਨ ਪਿਆਰਤਾ ਕਾਲਜ ਦੇ ਕੁਝ ਸਟਾਫ ਮੈਂਬਰਾਂ ਲਈ ਪਰੇਸ਼ਾਨੀ ਦਾ ਕਾਰਨ ਬਣ ਜਾਂਦੀ ਹੈ। ਕਾਲਜ ਦਾ ਕੰਮਚੋਰ ਸਟਾਫ ਮਾਨਵੀ ਧਰਾਤਲ 'ਤੇ ਉਸ 'ਤੇ ਚੰਚਲ ਦੇ ਬਣੇ ਸੰਬੰਧਾਂ ਨੂੰ ਇਸ ਤਰ੍ਹਾਂ ਦੇ ਪ੍ਰਚਲਿਤ ਅਰਥ ਪ੍ਰਦਾਨ ਕਰਦਾ ਹੈ ਕਿ ਕਾਲਜ ਮੈਨੇਜਮੈਂਟ ਪ੍ਰਬੰਧਕੀ ਆਧਾਰ 'ਤੇ ਉਸ ਦੀ ਬਦਲੀ ਕਿਸੇ ਦੂਰ ਦਰੇਡੇ ਦੇ ਕਾਲਜ 'ਚ ਕਰ ਦਿੰਦੀ ਹੈ। ਆਪਣੀ ਸਮਾਜਿਕ ਹੋਂਦ ਨੂੰ ਪੁੱਜੇ ਨੁਕਸਾਨ ਦੀ ਪੂਰਤੀ ਲਈ ਜਦੋਂ ਉਹ ਆਪਣੀ ਬਦਲੀ ਰੁਕਵਾਉਣ ਦਾ ਯਤਨ ਕਰਦਾ ਹੈ ਤਾਂ ਉਸ ਲਈ ਲੜਿਆ ਜਾ ਰਿਹਾ ਸੰਘਰਸ਼ ਅਜਿਹੀ ਸ਼ਤਰੰਜ ਵਿੱਚ ਤਬਦੀਲ ਹੋ ਜਾਂਦਾ ਹੈ ਜਿਸ ਵਿੱਚ ਵਿਰੋਧੀ ਦੀ ਚਾਲ ਕਾਟ ਕਰਕੇ ਹੀ ਉਹ ਮੈਦਾਨ 'ਚ ਬਣਿਆ ਰਹਿ ਸਕਦਾ ਹੈ। ਭਾਵੇਂ ਕਾਲਜ ਅਧਿਆਪਕਾਂ ਦੀ ਖੱਬੇ ਪੱਖੀ ਯੂਨੀਅਨ ਦੀ ਮਦਦ ਨਾਲ ਉਹ ਆਪਣੀ ਬਦਲੀ ਰੁਕਵਾ ਲੈਂਦਾ ਹੈ ਅਤੇ ਕਾਲਜ ਅਧਿਆਪਕਾਂ ਦੀ ਸਥਾਨਕ ਜਥੇਬੰਦੀ ਦਾ ਪ੍ਰਧਾਨ ਵੀ ਬਣ ਜਾਂਦਾ ਹੈ, ਪਰ ਉਸ ਦੀ ਯੋਗਤਾ ਨਾਲ ਈਰਖਾ ਕਰਦੇ ਹੋਰ ਅਧਿਆਪਕ ਉਸ ਨੂੰ ਨੀਵਾਂ ਵਿਖਾਉਣ ਲਈ ਆਪਣੀਆਂ ਸ਼ਤਰੰਜੀ ਚਾਲਾਂ ਲਗਾਤਾਰ ਚੱਲਦੇ ਰਹਿੰਦੇ ਨੇ। ਅਧਿਆਪਕਾਂ ਵੱਲੋਂ ਉਸ ਦੀ ਵਿਦਿਆਰਥੀਆਂ ਨਾਲ ਸਾਂਝ ਤੋੜਨ ਅਤੇ ਹੋਰ ਅਧਿਆਪਕਾਂ ਨਾਲ ਸਾਂਝ ਤੋੜਨ ਲਈ ਸਭ ਤੋਂ ਖਤਰਨਾਕ ਚਾਲ ਕਾਲਜ ਦੇ ਸਟਾਫ ਦੇ ਅਵਚੇਤਨ 'ਚ ਪਏ ਜਾਤ ਪਾਤ ਦੇ ਸੰਸਕਾਰਾਂ ਨੂੰ ਜਾਗਰਤ ਕਰਕੇ ਚੱਲੀ ਜਾਂਦੀ ਹੈ। ਭਾਵੇਂ ਕਾਲਜ ਜਥੇਬੰਦੀ 'ਚ ਪ੍ਰੋਫੈਸਰ ਵਿਵੇਕ ਵੀਰ ਜਾਤੀਗਤ ਸੰਸਕਾਰਾਂ ਤੋਂ ਉੱਪਰ ਉੱਠ ਕੇ ਬਿਨਾਂ ਭੇਦਭਾਵ ਤੋਂ ਹਰ ਇੱਕ ਦਾ ਕੰਮ ਕਰਦਾ ਹੈ, ਹਰ ਇੱਕ ਦੇ ਕੰਮ ਆਉਂਦਾ ਹੈ, ਪਰ ਉਸ ਦੇ ਵਿਰੋਧੀ ਉਸ ਨੂੰ ਨੀਵਾਂ ਵਿਖਾਉਣ ਲਈ ਫਿਰਕੂ ਚਾਲਾਂ ਦੀ, ਜਾਤ ਪਾਤ ਦੇ ਆਧਾਰ ਚਾਲਾਂ ਦੀ ਖੁੱਲ੍ਹ ਕੇ ਵਰਤੋਂ ਕਰਦੇ ਨੇ। ਜਥੇਬੰਦੀ ਦੇ ਸੂਬਾ ਪ੍ਰਧਾਨ ਦੀ ਚੋਣ ਸਮੇਂ ਕਾਲਜ ਅਧਿਆਪਕਾਂ ਦੀ ਜਾਤ ਪਾਤ ਦੇ ਆਧਾਰ 'ਤੇ ਹੋਈ ਸੱਪਬੰਦੀ ਕਾਰਨ ਸਾਰੇ ਪੰਜਾਬ ਨਾਲੋਂ ਵੱਧ ਜ਼ੋਰ ਉਸ ਦਾ ਆਪਣੇ ਕਾਲਜ ਦੀ ਯੂਨਿਟ ਦੀ ਚੋਣ ਜਿੱਤਣ 'ਤੇ ਲੱਗਦਾ ਹੈ। ਇੱਕ ਵਾਰੀ ਤਾਂ ਉਸ ਦੇ ਵਿਰੋਧੀਆਂ ਵੱਲੋਂ ਉਸ ਨਾਲ ਵਿਚਾਰਧਾਰਕ ਸਾਂਝ ਰੱਖਦੀ ਰਹੀ ਚੰਚਲ ਸਹੂਲਤਾਂ ਨੂੰ ਵੀ ਜਾਤੀ ਪੱਤਾ ਖੇਡ ਕੇ
ਭਰਮਾ ਲਿਆ ਜਾਂਦਾ ਹੈ, ਪਰ ਅੰਤ ਉਹ ਸਾਂਝਾਂ ਦੀ ਅਜਿਹੀ ਫਰੇਬੀ ਦਲਦਲ ਚੋਂ ਨਿਕਲ ਕੇ ਆਪਣੀ ਵੋਟ ਦੀ ਵਰਤੋਂ ਉਸ ਦੇ ਹੱਕ 'ਚ ਹੀ ਕਰਦੀ ਹੈ। ਕਾਲਜ ਪ੍ਰੋਫੈਸਰ ਕਮਲ ਵੱਲੋਂ ਜਾਤ ਪਾਤ ਦੇ ਸੰਸਕਾਰਾਂ ਤੋਂ ਉੱਪਰ ਉੱਠ ਕੇ ਉਸ ਦਾ ਸਾਥ ਦੇਣਾ ਇਸ ਗੱਲ ਦਾ ਸੰਕੇਤ ਕਰਦਾ ਹੈ ਕਿ ਭਾਵੇਂ ਅਸੂਲਾਂ ਦੀ ਸਿਆਸਤ ਕਰਨ ਵਾਲੇ ਤੇ ਸੱਚ ਨਾਲ ਖੜਨ ਵਾਲੇ ਲੋਕ ਘੱਟ ਗਿਣਤੀ 'ਚ ਹੁੰਦੇ ਨੇ, ਪਰ ਇਹ ਲੋਕ ਹਰ ਹਾਲ ਤੇ ਹਰ ਕਾਲ 'ਚ ਆਪਣੀ ਹੋਂਦ ਜ਼ਰੂਰ ਬਣਾਈ ਰੱਖਦੇ ਨੇ। ਕਹਾਣੀ ਸੰਤ ਦਾ ਕਤਲ ਵਿਚਲੀਆਂ ਸਥਿਤੀਆਂ ਪ੍ਰਤੀਤੀਆਂ ਵੀ ਕਹਾਣੀ ਸਾਂਝਾਂ ਦੀ ਸ਼ਤਰੰਜ ਨਾਲ ਬਹੁਤ ਮੇਲ ਖਾਂਦੀਆਂ ਨੇ। ਕਹਾਣੀ ਇਸ ਤੱਥ ਦੀ ਸ਼ਿੱਦਤ ਬਿਆਨੀ ਕਰਦੀ ਹੈ ਕਿ ਮਨੁੱਖ ਦੇ ਨਿੱਜੀ ਹਿੱਤ ਉਸ ਦੇ ਅਸੂਲਾਂ 'ਤੇ ਭਾਰੂ ਪੈ ਕੇ ਉਸ ਦੀ ਸੋਚ ਨੂੰ ਪਲ ਪਲ ਬਦਲਦੇ ਰਹਿੰਦੇ ਨੇ ਤੇ ਮੌਕਾ ਪ੍ਰਸਤ ਵੀ ਬਣਾਉਂਦੇ ਰਹਿੰਦੇ ਨੇ। ਕਹਾਣੀ ਦਾ ਮੁੱਖ ਪਾਤਰ ਪ੍ਰੋਫੈਸਰ ਦੇਸ਼ਬੰਧੂ ਦੀ ਮਾਨਸਤਾ ਦੀਆਂ ਡੂੰਘੀਆਂ ਪਰਤਾਂ 'ਚ ਅਜਿਹੇ ਬਹੁਤ ਸਾਰੇ ਕਾਰਨ ਪਏ ਨੇ ਜੋ ਉਸ ਨੂੰ ਉਸ ਦੇ ਬਚਪਨ ਤੋਂ ਲੈ ਕੇ ਵਰਤਮਾਨ ਦੌਰ ਤੱਕ ਉਸ ਨਾਲ ਹੁੰਦੇ ਰਹੀ ਵਿਤਕਰੇਬਾਜ਼ੀ ਦਾ ਤੀਬਰ ਅਹਿਸਾਸ ਕਰਾਉਂਦੇ ਰਹਿੰਦੇ ਨੇ। ਪਿੰਡ ਦੇ ਲੋਕਾਂ ਤੋਂ ਆਪਣਾ ਹੱਕ ਮੰਗਣ 'ਤੇ ਕੀਤਾ ਉਸ ਦੇ ਪਿਤਾ ਦਾ ਕਤਲ, ਬਚਪਨ ਵਿੱਚ ਅਖੌਤੀ ਸੰਤ ਪਰਮਦਾਸ ਵੱਲੋਂ ਉਸ ਨਾਲ ਕੀਤਾ ਕੁਕਰਮ, ਤੇ ਕਾਲਜ ਪ੍ਰੋਫੈਸਰ ਦੇ ਤੌਰ ਤੇ ਉਸ ਅੰਦਰਲੀ ਪ੍ਰਤਿਭਾ ਦਾ ਪੈਰ ਪੈਰ 'ਤੇ ਹੋਣ ਵਾਲਾ ਨਰਾਦਰ ਅਜਿਹੇ ਸਿੱਟੇ ਪੈਦਾ ਕਰਦਾ ਹੈ, ਅਜਿਹੇ ਪ੍ਰਤੀਕਰਮ ਪੈਦਾ ਕਰਦਾ ਹੈ ਜੋ ਉਸ ਦੇ ਸੁਭਾਅ ਨੂੰ ਕੁਝ ਤਲਖ ਬਣਾ ਦਿੰਦੇ ਨੇ। ਪਰ ਫਿਰ ਵੀ ਦੇਸ਼ ਭਗਤ ਯਾਦਗਾਰ ਹਾਲ ਨਾਲ ਜੁੜ ਕੇ ਪ੍ਰਾਪਤ ਕੀਤਾ ਮਨੁੱਖੀ ਸਮਾਨਤਾ ਦਾ ਗਿਆਨ ਉਸ ਦੀ ਸੋਚ ਦੇ ਮਾਨਵਤਾਵਾਦੀ ਖਾਸੇ ਨੂੰ ਲਗਾਤਾਰ ਬਰਕਰਾਰ ਰੱਖਦਾ ਹੈ। ਉਸ ਦੇ ਕਾਲਜ ਦੇ ਪ੍ਰਿੰਸੀਪਲ ਵੱਲੋਂ ਉਸ ਅੰਦਰਲੀ ਕਲਾ ਪ੍ਰਤਿਭਾ ਤੇ ਜਨੂੰਨ ਦੇ ਹੱਦ ਤੱਕ ਪਹੁੰਚੀ ਕੰਮ ਕਰਨ ਦੀ ਸਮਰੱਥਾ ਤੋਂ ਪੂਰਾ ਲਾਭ ਉਠਾਇਆ ਜਾਂਦਾ ਹੈ, ਪਰ ਜਦੋਂ ਉਸ ਦੇ ਵਿਰੋਧੀ ਝੜਕਮਬਾਜ਼ੀ ਰਾਹੀਂ ਕਾਲਜ ਦੀ ਅੰਦਰੂਨੀ ਸਿਆਸਤ 'ਤੇ ਹਾਵੀ ਪ੍ਰਭਾਵੀ ਹੋ ਜਾਂਦੇ ਨੇ ਤਾਂ ਕਾਲਜ ਪ੍ਰਿੰਸੀਪਲ ਸੱਚਾਈ ਤੋਂ ਜਾਣੂ ਹੁੰਦਿਆਂ ਵੀ ਭਾਰੂ ਧਿਰ ਦਾ ਸਾਥ ਦਿੰਦਾ ਹੈ। ਉਸ ਨਾਲ ਹੋਣ ਵਾਲੀ ਜ਼ਿਆਦਤੀ ਇੰਨੀਆਂ ਨਿਵਾਣਾਂ ਤੱਕ ਜਾ ਪਹੁੰਚਦੀ ਹੈ ਕਿ ਉਸ ਨੂੰ ਕਾਲਜ ਵਿੱਚੋਂ ਕਢਵਾਉਣ ਲਈ ਉਸ ਦੀ ਧੀਆਂ ਵਰਗੀ ਵਿਦਿਆਰਥਣ ਨਾਲ ਉਸ ਦੇ ਗਲਤ ਸੰਬੰਧਾਂ ਦਾ ਪ੍ਰਚਾਰ ਕੀਤਾ ਜਾਂਦਾ ਹੈ। ਅਗਾਂਹਵਧੂ ਸੋਚਦੇ ਇਸ ਪ੍ਰੋਫੈਸਰ ਦੇ ਇਕੱਲਾਪੈਨ, ਡਿਪਰੈਸ਼ਨ 'ਚ ਜਾਣ ਤੇ ਵਧੇ ਤਣਾਅ ਕਾਰਨ ਅਧਰੰਗ ਦਾ ਸ਼ਿਕਾਰ ਹੋਣ ਦੀ ਸਥਿਤੀ ਪਾਠਕਾਂ ਨੂੰ ਮਾਨਸਿਕ ਤੌਰ 'ਤੇ ਬੇਚੈਨ ਵੀ ਕਰਦੀ ਹੈ ਤੇ ਉਹਨਾਂ ਨੂੰ ਚਿੰਤਨ ਦੇ ਰਾਹ 'ਤੇ ਵੀ ਤੋਰਦੀ ਹੈ ਕਿ ਅਜਿਹਾ ਸਭ ਕਿਉਂ ਹੋ ਰਿਹਾ ਹੈ ਤੇ ਕਦ ਤੱਕ ਹੁੰਦਾ ਰਹੇਗਾ। ਕਹਾਣੀ ਕਾਲਕ ਕੋਠੜੀ ਦੇਸ਼ ਵਿੱਚ ਰਾਜਨੀਤਿਕ ਤੇ ਆਰਥਿਕ ਵਿਵਸਥਾ ਦੀ ਤਬਦੀਲੀ ਦੇ ਨਾਂ 'ਤੇ ਖੇਡੀ ਜਾ ਰਹੀ ਸੱਤਾ ਪ੍ਰਾਪਤੀ ਦੀ ਖੇਡ ਦਾ ਭਾਂਡਾ ਚੁਰਾਹੇ ਭੰਨਦਿਆਂ ਕਾਰਪੋਰੇਟ ਜਗਤ ਦੇ ਪੈਸੇ ਨਾਲ ਚੱਲ ਰਹੀ ਅਜੋਕੀ ਸਿਆਸਤ ਨੂੰ ਕਾਲਖ ਦੀ ਕੋਠੜੀ ਹੀ ਕਰਾਰ ਦਿੰਦੀ ਹੈ। ਦੇਸ਼ ਨੂੰ ਭ੍ਰਿਸ਼ਟਾਚਾਰ ਤੋਂ ਪੂਰੀ ਤਰ੍ਹਾਂ ਮੁਕਤ ਕਰਨ ਅਤੇ ਹਰੇਕ ਨਾਗਰਿਕ ਨੂੰ ਸਮਾਜਿਕ ਨਿਆਂ ਦੇਣ ਦੇ ਨਾਅਰੇ ਨਾਲ ਹੋਂਦ ਵਿੱਚ ਆਈ ਦਿੱਲੀ ਦੀ ਲੋਕ ਪਾਰਟੀ ਵੱਲੋਂ ਪੈਦਾ ਕੀਤਾ ਵਿਵਸਥਾ ਤਬਦੀਲੀ ਦਾ ਭਰਮ ਪੰਜਾਬ ਦੇ ਜੁਝਾਰ ਵੀਰ ਸਿੰਘ ਵਰਗੇ ਅਨੇਕਾਂ ਨੌਜਵਾਨਾਂ ਨੂੰ ਆਪਣੇ ਵੱਲ ਖਿੱਚਣ 'ਚ ਸਫਲ ਰਹਿੰਦਾ ਹੈ ਤੇ ਉਹ ਇਸ ਆਸ ਨਾਲ ਆਪਣੇ ਆਪ ਨੂੰ ਪਾਰਟੀ ਦੇ ਹਵਾਲੇ ਕਰ ਦਿੰਦੇ ਨੇ ਕਿ ਇਹ ਪਾਰਟੀ ਲੋਕ ਲੋਟੂ ਵਿਵਸਥਾ ਨੂੰ ਬਦਲ ਕੇ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰੇਗੀ। ਪਰ ਛੇਤੀ ਹੀ ਇਸ ਪਾਰਟੀ ਵੱਲੋਂ ਸੱਤਾ ਪ੍ਰਾਪਤੀ ਲਈ ਧਨ ਕੁਬੇਰਾਂ ਨਾਲ ਕੀਤੇ ਲੁਕਵੇਂ ਗੱਠਜੋੜ ਦੇ ਸਬੂਤ ਮਿਲਣ ਲੱਗ ਪੈਂਦੇ ਨੇ। ਸਿਆਸਤ ਦੀਆਂ ਪੇਸ਼ਾਵਰ ਚਾਲਾਂ ਤੋਂ ਜਾਣੂ ਕਮਲ ਮੱਟੂ ਵਰਗੇ ਚਾਪਲੂਸ ਲੋਕ ਤਾਂ
ਪਾਰਟੀ ਦੀ ਪੰਜਾਬ ਇਕਾਈ ਦੀ ਕਨਵੀਨਰਸ਼ਿਪ ਤੱਕ ਜਾ ਅਪੜਦੇ ਨੇ, ਪਰ ਜੁਝਾਰਵੀਰ ਸਿੰਘ ਵਰਗੇ ਆਪਣੀਆਂ ਨੌਕਰੀਆਂ ਛੱਡ ਕੇ ਇਮਾਨਦਾਰ ਸਿਆਸਤ ਕਰਨ ਲਈ ਇਸ ਪਾਰਟੀ ਵਿੱਚ ਆਏ ਲੋਕ ਤੇ ਕਾਡਰ ਅੰਤ ਹਾਸ਼ੀਏ ਵੱਲ ਧੱਕ ਦਿੱਤਾ ਜਾਂਦਾ ਹੈ। ਆਪਣੇ ਦਮ ਤੇ ਵਿਦਿਆਰਥੀ ਚੋਣਾਂ ਜਿੱਤੀ ਸੁਗੰਧਾ ਸ਼ਰਮਾ ਨੂੰ ਇੱਕ ਆਦਰਸ਼ਕ ਉਦਾਹਰਨ ਵਜੋਂ ਪੇਸ਼ ਕਰਦਿਆਂ ਕਹਾਣੀ ਇਸ ਸਥਿਤੀ 'ਚ ਆਪਣੀ ਸਿਰਜਣਾਤਮਕ ਦਖਲਅੰਦਾਜ਼ੀ ਕਰਦੀ ਹੈ। ਅਜਿਹਾ ਕੀਤੇ ਜਾਣ ਨਾਲ ਜੁਝਾਰਵੀਰ ਇੱਕ ਵਾਰ ਫੇਰ ਕਿਸੇ ਲੋਕ ਕਲਿਆਣਕਾਰੀ ਨਵੀਂ ਵਿਵਸਥਾ ਦੀ ਭਾਲ 'ਚ ਜੁਟ ਜਾਂਦਾ ਹੈ। ਉਹ ਇਸ ਸੋਚ ਨੂੰ ਵੀ ਅਪਣਾ ਲੈਂਦਾ ਹੈ ਕਿ ਮੁਸ਼ਕਲਾਂ ਜੀਵਨ ਦਾ ਅੰਤ ਨਹੀਂ, ਸਗੋਂ ਨਵੇਂ ਜੀਵਨ ਦੀ ਸ਼ੁਰੂਆਤ ਹੁੰਦੀਆਂ ਹਨ। ਇਹ ਇਸ ਕਹਾਣੀ ਦੀ ਵਿਸ਼ੇਸ਼ ਪ੍ਰਾਪਤੀ ਹੈ ਕਿ ਪਾਠਕਾਂ ਨੂੰ ਇਸ ਸੋਚ ਤੱਕ ਲੈ ਕੇ ਗਈ ਹੈ। ਕਹਾਣੀ ਫੁੱਲਾਂ ਦੀ ਫਸਲ ਨਵੇਂ ਵਿਸ਼ਵੀ ਯੁੱਗ ਦੀ ਨਵੀਂ ਪੂੰਜੀਵਾਦੀ ਚੇਤਨਾ ਵੱਲੋਂ ਸਮਾਜਿਕ ਤੇ ਪਰਿਵਾਰਕ ਰਿਸ਼ਤਿਆਂ 'ਚ ਕੀਤੀ ਜਾ ਰਹੀ ਦਖਲਅੰਦਾਜ਼ੀ ਕਾਰਨ ਰਿਸ਼ਤਿਆਂ ਦੀ ਘਟ ਰਹੀ ਹੰਢਣਸਾਰਤਾ ਤੇ ਭਰੋਸੇਯੋਗਤਾ ਨੂੰ ਪਾਠਕਾਂ ਦੀ ਦ੍ਰਿਸ਼ਟੀਗੋਚਰ ਕਰਦੀ ਹੈ। ਕਹਾਣੀ ਦਾ ਮੁੱਖ ਪਾਤਰ ਕਰਨੈਲ ਸਿੰਘ ਪਿੰਡਾਂ ਦਾ ਜੰਪਲ ਹੈ। ਨੌਕਰੀ ਲੱਗਣ ਤੋਂ ਬਾਅਦ ਜਦੋਂ ਉਹ ਸ਼ਹਿਰ 'ਚ ਨਿਵਾਸ ਕਰਨ ਲੱਗਦਾ ਹੈ ਤਾਂ ਉਸ ਨੂੰ ਪਤਾ ਹੀ ਨਹੀਂ ਚੱਲਦਾ ਕਿ ਉਸ ਦੀ ਸੋਚ ਦਾ ਕਿਹੜੇ ਵੇਲੇ ਸ਼ਹਿਰੀਕਰਨ ਹੋ ਗਿਆ ਹੈ ਤੇ ਕਿਹੜੇ ਵੇਲੇ ਨਿੱਜੀਕਰਨ ਹੋ ਗਿਆ ਹੈ। ਉਸ ਦੇ ਮਾਪੇ ਪਿੰਡ ਛੱਡ ਕੇ ਉਸ ਕੋਲ ਸ਼ਹਿਰ ਆ ਕੇ ਰਹਿਣ ਲੱਗਦੇ ਨੇ, ਪਰ ਉਸ ਵਾਂਗ ਉਹਨਾਂ ਦੀਆਂ ਸਮਾਜਿਕ ਤੇ ਸੱਭਿਆਚਾਰਕ ਜੜ੍ਹਾਂ ਸ਼ਹਿਰ 'ਚ ਨਹੀਂ ਲੱਗਦੀਆਂ। ਉਸ ਤੇ ਉਸ ਦੀ ਪਤਨੀ ਵੱਲੋਂ ਅਚੇਤ ਜਾਂ ਸੁਚੇਤ ਰੂਪ ਵਿੱਚ ਬਜ਼ੁਰਗ ਮਾਪਿਆਂ ਦੀ ਪਰਿਵਾਰਕ ਹੋਣ ਦਾ ਕੀਤਾ ਨਰਾਦਰ ਅੰਤ ਮਾਪਿਆਂ ਦੀ ਪਿੰਡ ਵਾਪਸੀ ਦੇ ਰੂਪ ਵਿੱਚ ਸਾਹਮਣੇ ਆਉਂਦਾ ਹੈ। ਸਮੇਂ ਨਾਲ ਪੂੰਜੀਵਾਦੀ ਚੇਤਨਾ ਹੋਰ ਵਿਕਸਿਤ ਹੁੰਦੀ ਹੈ ਤਾਂ ਉਹ ਪਤੀ ਪਤਨੀ ਖੁਦ ਮਾਪਿਆਂ ਦੇ ਰੂਪ ਵਿੱਚ ਉਸੇ ਤਰ੍ਹਾਂ ਦਾ ਮਾਨਸਿਕ ਸੰਤਾਪ ਭੋਗਦੇ ਨੇ ਜੋ ਅਤੀਤ ਵਿੱਚ ਉਹਨਾਂ ਦੇ ਨਿੱਜ ਪ੍ਰਸਤ ਵਤੀਰੇ ਕਾਰਨ ਉਹਨਾਂ ਦੇ ਮਾਪਿਆਂ ਨੂੰ ਭੋਗਣਾ ਪਿਆ ਸੀ। ਉਸ ਵੇਲੇ ਉਹਨਾਂ ਨੂੰ ਆਪਣੇ ਮਾਪਿਆਂ ਪ੍ਰਤੀ ਸੰਵੇਦਨਹੀਨਤਾ ਦਾ ਤੀਬਰ ਅਹਿਸਾਸ ਹੁੰਦਾ ਹੈ। ਜਦੋਂ ਉਹਨਾਂ ਦਾ ਇਕਲੌਤਾ ਪੁੱਤਰ ਸਹਿਜਪ੍ਰੀਤ ਉਹਨਾਂ ਨੂੰ ਸੂਚਿਤ ਕੀਤੇ ਬਿਨਾਂ ਹੀ ਆਪਣੇ ਨਿੱਜੀ ਹਿੱਤਾਂ ਦੀ ਪੂਰਤੀ ਲਈ ਉਹਨਾਂ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਕੈਨੇਡਾ ਦੀ ਧਰਤੀ 'ਤੇ ਜਾ ਕੇ ਵਸਣ ਦਾ ਫੈਸਲਾ ਕਰ ਲੈਂਦਾ ਹੈ। ਕਹਾਣੀ ਦੇ ਅੰਤ 'ਤੇ ਉਹਨਾਂ ਵੱਲੋਂ ਘਰ ਵਿਚਲੀ ਫੁੱਲਾਂ ਦੀ ਫਸਲ ਦੀ ਸੰਭਾਲ ਵਿੱਚੋਂ ਢਾਰਸ ਤਲਾਸ਼ ਕਰਕੇ ਆਪਣੇ ਜੀਵਨ ਨੂੰ ਨਵੇਂ ਸਿਰੋਂ ਵਿਅਕਤਨ ਦੀ ਕੋਸ਼ਿਸ਼ ਜੀਵਨ ਦੀ ਨਿਰੰਤਰ ਯੋਗਤਾ ਦੀ ਗਵਾਹ ਵੀ ਬਣਦੀ ਹੈ ਤੇ ਇਹ ਇਸ ਕਹਾਣੀ ਦਾ ਹਾਸਲ ਵੀ ਹੈ। ਕਹਾਣੀ ਵਾਰਸ ਪੰਜਾਬ ਦੇ ਕਾਲੇ ਦੌਰ ਦੇ ਨਾਂ ਨਾਲ ਜਾਣੇ ਜਾਂਦੇ 4 ਦਹਾਕੇ ਪਹਿਲੋਂ ਦੇ ਦੁਖਾਂਤਕ ਵਰਤਾਰੇ ਨੂੰ ਪੰਜਾਬੀਆਂ ਵੱਲੋਂ ਆਪਣੀ ਸਮਾਜਿਕ ਤੇ ਸੱਭਿਆਚਾਰਕ ਹੋਂਦ ਦੇ ਵਿਸਥਾਰ ਲਈ ਲੜੀ ਲੜਾਈ ਦੇ ਰੂਪ ਵਿੱਚ ਹੀ ਵੇਖਦੀ ਹੈ ਤੇ ਇਸ ਬਾਰੇ ਵਿਸਥਾਰਤ ਚਰਚਾ ਕਰਦੀ ਹੈ। ਸ਼ਿਰੇ ਵਿੱਚ ਸ਼ਾਮਿਲ ਸਾਰੀਆਂ ਕਹਾਣੀਆਂ ਬਹੁਪਰਤੀ ਹਨ ਤੇ ਇਹਨਾਂ ਦੀਆਂ ਪਰਤਾਂ ਨੂੰ ਪਰਤਣ ਵੇਲੇ ਹਰ ਕਹਾਣੀ ਇੱਕ ਵੱਖਰੇ ਲੇਖ ਦੀ ਮੰਗ ਕਰਦੀ ਹੈ। ਇੱਕ ਨਿਸ਼ਚਿਤ ਆਕਾਰ ਦਾ ਲੇਖ ਲਿਖ ਕੇ ਇਸ ਪੁਸਤਕ ਨਾਲ ਇਨਸਾਫ ਨਹੀਂ ਕੀਤਾ ਜਾ ਸਕਦਾ, ਪਰ ਕਹਾਣੀਆਂ ਬਾਰੇ ਚਰਚਾ ਦੀ ਸ਼ੁਰੂਆਤ ਜ਼ਰੂਰ ਕੀਤੀ ਜਾ ਸਕਦੀ ਹੈ ਤੇ ਅਸੀਂ ਅੱਜ ਇਹੀ ਸ਼ੁਰੂਆਤ ਕਰਨ ਦਾ ਯਤਨ ਕਰ ਰਹੇ ਹਾਂ ਦਸਤਾਵੇਜ਼ YouTube ਚੈਨਲ 'ਤੇ। ਕਹਾਣੀਆਂ ਕੁਝ ਲੰਮੀਆਂ ਹਨ, ਪਰ ਨਾ ਤਾਂ ਇਹਨਾਂ 'ਚ ਵਾਧੂ ਦੀਆਂ ਘਟਨਾਵਾਂ ਦਾ ਖਿਲਾਰਾ ਹੈ ਤੇ ਨਾ ਹੀ ਵਾਧੂ ਦੇ ਪਾਤਰਾਂ ਦੀ ਭਰਮਾਰ ਹੈ। ਕਹਾਣੀਆਂ ਦੇ ਲੰਮੇ ਹੋਣ ਦਾ ਕਾਰਨ ਇਹ ਹੈ ਕਿ ਕਹਾਣੀਕਾਰ ਨੇ ਨਵੀਂ ਪੰਜਾਬੀ ਕਹਾਣੀ ਦੀ ਮੰਗ ਅਨੁਸਾਰ
ਆਪਣੇ ਪਾਤਰਾਂ ਅੰਦਰਲੀ ਮਾਨਸਿਕ ਢੁੱਡ ਭੱਜ ਤੇ ਉਧੇੜਪੁਣ ਨੂੰ ਬਹੁਤ ਸਜੀਵਤਾ ਨਾਲ ਰੂਪਮਾਨ ਕੀਤਾ ਹੈ। ਕਹਾਣੀਆਂ ਦੇ ਪਾਠ ਦੌਰਾਨ ਇਹਨਾਂ ਵਿਚਲਾ ਕਥਾ ਰਸ ਪਾਠਕਾਂ ਦੇ ਧਿਆਨ ਨੂੰ ਇੱਧਰ ਉੱਧਰ ਭਟਕਣ ਨਹੀਂ ਦਿੰਦਾ। ਖੇਤਰੀ, ਰਾਸ਼ਟਰੀ ਤੇ ਅੰਤਰਰਾਸ਼ਟਰੀ ਰਾਜਨੀਤੀ ਦੇ ਬਦਲ ਰਹੇ ਸਮੀਕਰਨਾਂ ਨੂੰ ਵੀ ਇਸ ਕਹਾਣੀ ਰਾਹੀਂ ਡੂੰਘਾਈ ਨਾਲ ਸਮਝਿਆ ਜਾ ਸਕਦਾ ਹੈ। ਮੈਂ ਇਸ ਨਵੇਂ ਕਹਾਣੀ ਸੰਗ੍ਰਹਿ ਦਾ ਹਾਰਦਿਕ ਸਵਾਗਤ ਕਰਦਾ ਤੇ ਦਸਤਾਵੇਜ਼ ਦੇ ਸਰੋਤਿਆਂ ਨੂੰ ਸਿਫਾਰਿਸ਼ ਕਰਦਾ ਕਿ ਜੇ ਇਹ ਕਹਾਣੀ ਸੰਗ੍ਰਹਿ ਉਪਲਬਧ ਹੋ ਸਕੇ ਤਾਂ ਉਹ ਇਸ ਦਾ ਪਾਠ ਜ਼ਰੂਰ ਕਰਨ। ਧੰਨਵਾਦ।